14 ਤੋਂ ਕੇਵਲ 5 ਗੁਰਦੁਆਰਿਆਂ ਦਾ ਪ੍ਰਬੰਧ ਕਰ ਰਹੀ ਸੀ, ਜਿਸ ਦੇ ਵਿੱਚੋਂ 4 ਗੁਰਦੁਆਰੇ ਐਕਟ ਅਨੁਸਾਰ ਸੀ ਔਰ 1 ਗੁਰਦੁਆਰਾ ਐਕਟ ਵਿੱਚ ਨਹੀਂ ਸੀ। 5 ਗੁਰਦੁਆਰਿਆਂ ਦਾ ਪ੍ਰਬੰਧ ਕਰਦੀ ਆ ਰਹੀ ਸੀ। ਜਦੋਂ ਸੁਪਰੀਮ ਕੋਰਟ ਦੇ ਵੱਲੋਂ ਸਾਡੇ ਹੱਕ 'ਚ ਫੈਸਲਾ ਆਇਆ ਤਾਂ ਇਹਨਾਂ ਗੁਰਦੁਆਰਿਆਂ ਦੇ ਦਰਸ਼ਨ ਦਿਦਾਰੇ ਕੀਤੇ ਸੀਗੇ, ਮੱਥਾ ਟੇਕਿਆ ਸੀਗਾ। ਹੁਣ ਪਰਸੋਂ ਹੈੱਡਕੁਆਟਰ ਗੁਰਦੁਆਰਾ ਸਾਹਿਬ ਪਾਤਸ਼ਾਹੀ 6ਵੀਂ ਕੁਰੂਕਸ਼ੇਤਰ ਦਾ ਪ੍ਰਬੰਧ ਲਿਆ ਗਿਆ ਸੀਗਾ, ਜਿੱਥੇ ਕੱਲ ਸ਼੍ਰੋਮਣੀ ਕਮੇਟੀ ਦੇ ਮੈਂਬਰ ਤੇ ਉਹਨਾਂ ਸਾਥੀਆਂ ਵੱਲੋਂ ਵਾਇਲੈਂਸ ਪੈਦਾ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ, ਚੱਲਦੇ ਦੀਵਾਨ 'ਚ ਵਿਘਨ ਪਾਇਆ ਗਿਆ। ਅੱਜ ਜਿਹੜਾ ਹੈ ਤੁਸੀਂ ਦੇਖੋ, ਇਹ ਸਾਰੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ, ਜਨਰਲ ਸੈਕਟਰੀ, ਮੈਂਬਰ ਸਾਹਿਬਾਨ, ਹੋਰ ਅਹੁਦੇਦਾਰ ਔਰ ਸਿੱਖ ਸੰਗਤਾਂ, ਅਸੀਂ ਇੱਥੇ ਗੁਰਦੁਆਰਾ ਮੰਜੀ ਸਾਹਿਬ ਪਾਤਸ਼ਾਹੀ 9ਵੀਂ ਤੇ ਗੁਰਦੁਆਰਾ ਨਿੰਮ ਸਾਹਿਬ ਪਾਤਸ਼ਾਹੀ 9ਵੀਂ ਕੈਥਲ ਪਹੁੰਚੇ ਹਾਂ, ਜਿਹਦਾ ਪ੍ਰਬੰਧ ਅੱਜ ਅਸੀਂ ਆਪਣੇ ਹੱਥਾਂ ਵਿੱਚ ਲਿਆ ਵਾ। ਔਰ ਮੈਂ ਇੱਕ ਗੱਲ ਹੋਰ ਕਹਿ ਦਿਆਂ, ਇੱਥੇ ਕੋਈ ਤਾਲੇ ਨਹੀਂ ਵੱਢੇ ਗਏ, ਕੋਈ ਤਾਲੇ ਨਹੀਂ ਚੇਂਜ ਕੀਤੇ ਗਏ। ਜੋ ਇੰਸਪੈਕਟਰ ਸ਼੍ਰੋਮਣੀ ਕਮੇਟੀ ਦਾ ਇੱਥੇ ਗੋਲਕ ਗਿਣਨ ਵਾਸਤੇ ਆਇਆ ਸੀ, ਦੇਖੋ ਅਜੇ ਤੱਕ ਵੀ ਨਹੀਂ ਉਹ ਇਸ ਚੀਜ਼ ਦਾ ਖਹਿੜਾ ਛੱਡਦੇ। ਅੱਜ ਵੀ ਇੰਸਪੈਕਟਰ ਚਾਬੀਆਂ ਦੇ ਕੇ ਗੋਲਕਾਂ ਖੋਲ੍ਹਣ ਵਾਸਤੇ ਭੇਜਿਆ ਗਿਆ ਸੀਗਾ, ਤੇ ਅੱਜ ਉਸ ਇੰਸਪੈਕਟਰ ਦੇ ਕੋਲੋਂ ਚਾਬੀਆਂ ਜਿਹੜੀਆਂ ਉਹ ਹਰਿਆਣਾ ਕਮੇਟੀ ਨੇ ਲੈ ਲਈਆਂ ਨੇ। ਤੇ ਹੁਣ ਜਿਹੜਾ ਇਹ ਪ੍ਰਬੰਧ ਹੈ, ਤੁਸੀਂ ਦੇਖੋ ਸੰਗਤਾਂ 'ਚ ਕਿੰਨਾ ਉਤਸ਼ਾਹ। ਆ ਕੈਥਲ ਦੀਆਂ ਸੰਗਤਾਂ ਪਹੁੰਚੀਆਂ ਨੇ, ਆ ਸਤਨਾਮ ਸਿੰਘ ਹੁਣੀ ਸਰਪੰਚ, ਉਮਰਾਓ ਸਿੰਘ ਜੀ, ਆ ਬੀਬੀ ਬਲਜਿੰਦਰ ਕੌਰ, ਇੱਥੋਂ ਦੇ ਮੈਂਬਰ ਸਾਹਿਬਾਨ, ਫੁੱਲਾਂ ਦੀ ਵਰਖਾ ਕੀਤੀ ਹੈ ਸੰਗਤਾਂ ਨੇ ਹਰਿਆਣਾ ਕਮੇਟੀ ਦੇ ਉੱਪਰ ਕਿ ਇਹ ਜਿਹੜੀ ਸੇਵਾ ਸੰਭਾਲ ਆ ਅਸੀਂ ਉਡੀਕ ਰਹੇ ਸੀ, ਤੁਸੀਂ ਆਪਣੇ ਹੱਥਾਂ 'ਚ ਲਓ। ਤਾਂ ਇਹ ਜਿਹੜੀ ਸੇਵਾ ਸੰਭਾਲ ਅੱਜ ਪੁਰਾਣੇ ਮੈਂਬਰ ਵੀ ਇੱਥੇ ਪਹੁੰਚੇ ਆ ਸਮਰਥਨ ਦੇ ਵਿੱਚ, ਤੇ ਅੱਜ ਗੁਰਦੁਆਰਾ ਨਿੰਮ ਸਾਹਿਬ ਤੇ ਮੰਜੀ ਸਾਹਿਬ ਕੈਥਲ ਦੀ ਸੇਵਾ ਸੰਭਾਲ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਹੱਥਾਂ 'ਚ ਲਈ ਆ। ਬਾਕੀ ਗੁਰਦੁਆਰਿਆਂ ਦੀ ਸੇਵਾ ਸੰਭਾਲ ਵੀ ਬਹੁਤ ਜਲਦੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਹੱਥਾਂ ਵਿੱਚ ਲਏਗੀ। ਪਹਿਲਾਂ ਇਸ ਦੀ ਸਾਰੀ ਸੇਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਸੀ, ਭਾਵੇਂ ਕਿ ਸਾਡੇ ਮੈਂਬਰ ਸਨ ਹਰਿਆਣਾ ਕਮੇਟੀ ਦੇ ਇੱਥੇ ਜਿਹੜੇ ਦੇਖ ਰੇਖ ਕਰਦੇ ਸੀਗੇ ਐਡਵੋਕੇਟ ਸੁਰਜੀਤ ਸਿੰਘ ਜੀ, ਜਿਹੜੇ ਪਿਛਲੇ ਸਮੇਂ ਕਾਲ ਚਲਾਣਾ ਕਰ ਗਏ, ਪਰ ਪ੍ਰਬੰਧ ਸ਼੍ਰੋਮਣੀ ਕਮੇਟੀ ਦੇ ਕੋਲ ਹੀ ਸੀਗਾ। ਹੁਣ ਅੱਜ ਤੋਂ ਇਹ ਜਿਹੜਾ ਪ੍ਰਬੰਧ ਆ ਉਹ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਖੁਦ ਸੇਵਾ ਸੰਭਾਲ ਕਰੇਗੀ। ਸਾਰੇ ਮੁਲਾਜ਼ਮ ਜਿਹੜੇ ਨੇ ਉਹ ਇੱਥੇ ਸੇਵਾ ਸੰਭਾਲ ਜਿਹੜੀ ਆ ਉਹ ਕਰਨਗੇ। ਉਸੇ ਤਰ੍ਹਾਂ ਹੀ ਕਿਸੇ ਨੇ ਖੁਸ਼ੀ ਨਾਲ ਜਾਣਾ ਜਾ ਸਕਦਾ, ਅਸੀਂ ਕਿਸੇ ਨੂੰ ਜਬਰੀ ਸੇਵਾ ਮੁਕਤ ਨਹੀਂ ਕਰਾਂਗੇ। ਉਹੀ ਤਰ੍ਹਾਂ ਮੈਨੇਜਰ, ਹੈੱਡ ਗ੍ਰੰਥੀ, ਸੇਵਾਦਾਰ ਗ੍ਰੰਥੀ ਸਾਰੇ ਸੇਵਾ ਕਰਨਗੇ। ਔਰ ਹਰਿਆਣਾ ਕਮੇਟੀ ਵੱਲੋਂ ਇੱਥੇ ਅੰਗਰੇਜ਼ ਸਿੰਘ ਗੁਰਾਇਆ ਉਹਨਾਂ ਦੀ ਡਿਊਟੀ ਲਾਈ ਗਈ ਆ। ਬਾਕੀ ਉਹਨਾਂ ਦੇ ਸਾਥੀ ਜਿਵੇਂ ਸਾਹਿਬ ਸਿੰਘ ਹੈ ਔਰ ਗੁਰਦੀਪ ਸਿੰਘ ਮਲਕ ਹੈ, ਇਹ ਸਾਰੇ ਮੈਂਬਰ ਜਿਹੜੇ ਨੇ ਮੌਜੂਦਾ ਨਵੀਂ ਐਡ ਹੌਕ ਦੇ, ਉਹਨਾਂ ਦੀ ਇੱਥੇ ਜ਼ਿੰਮੇਵਾਰੀ ਨਾਲ ਲਾਈ ਗਈ ਆ ਕਿ ਉਹ ਇਹਦੀ ਸੇਵਾ ਸੰਭਾਲ ਜਿਹੜੀ ਦੇਖ ਰੇਖ ਆ ਉਹ ਕਰਨ। ਹਾਂਜੀ, ਤੁਸੀਂ ਪਹਿਲੇ ਸੰਵਿਧਾਨ ਹੀ ਦੱਸਿਆ ਸੀ, ਹੁਣ ਮੁੱਖ ਸੇਵਾਦਾਰ ਕੌਣ ਹੈਗਾ? ਦੇਖੋ ਜਿਹੜੀ ਕਮੇਟੀ ਆ ਨਵੀਂ ਐਡ ਹੌਕ ਚੁਣੀ ਗਈ ਆ, ਉਹਦੀ ਮੌਜੂਦਾ ਪ੍ਰਬੰਧਕ ਕਮੇਟੀ ਸਾਰੇ ਇੱਥੇ ਜਿਹੜੀ ਆ ਪਹੁੰਚੀ ਹੋਈ ਆ। ਸਾਰੇ ਅਹੁਦੇਦਾਰ ਨੇ, ਪ੍ਰਧਾਨ ਮਹੰਤ ਕਰਮਜੀਤ ਸਿੰਘ ਆ, ਜਨਰਲ ਸੈਕਟਰੀ ਗੁਰਿੰਦਰ ਸਿੰਘ ਧਮੀਜਾ, ਸੀਨੀਅਰ ਮੀਤ ਪ੍ਰਧਾਨ ਆ ਇੱਥੇ ਪਹੁੰਚੇ। ਬਾਕੀ ਵੀ ਸਾਰੇ ਅਹੁਦੇਦਾਰ ਜਿਹੜੇ ਆ ਇੱਥੇ ਪਹੁੰਚੇ ਹੋਏ ਆ। ਇਸ ਵੇਲੇ ਜਿਹੜਾ ਸਮਾਂ ਹੈ ਨਾ, ਉਹ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੇਵਾ ਸੰਭਾਲ ਦਾ ਸਾਰੇ ਰਲ ਮਿਲ ਕੇ ਦੇਖੋ ਇੱਕ ਦੂਜੇ ਦੇ ਮੋਢੇ ਨਾਲ ਮੋਢਾ ਜੋੜ ਕੇ ਸੇਵਾ ਸੰਭਾਲ ਰਹੇ। ਜਿਹੜੇ ਸਾਥੀ ਬਾਹਰ, ਅਸੀਂ ਉਹਨਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਆਓ, ਜਿਸ ਵਾਸਤੇ 2.5 ਦਹਾਕਿਆਂ ਤੋਂ ਲੜਾਈ ਲੜੀ ਆ ਕਿ ਹਰਿਆਣੇ ਦੀਆਂ ਸੰਗਤਾਂ ਇਹ ਸੇਵਾ ਸੰਭਾਲ ਆਪਣੇ ਹੱਥਾਂ ਵਿੱਚ ਲਏ, ਤੇ ਅੱਜ ਗੁਰੂ ਨੇ ਕਿਰਪਾ ਕੀਤੀ ਆ, ਸੇਵਾ ਸੰਭਾਲ ਕਰਨ ਦਾ ਸਮਾਂ ਆਇਆ, ਤੇ ਅੱਜ ਸਾਰੇ ਰਲ ਮਿਲ ਕੇ ਅਸੀਂ ਇਹ ਜਿਹੜੀ ਸੇਵਾ ਸੰਭਾਲ ਆ ਉਹ ਕਰੀਏ। ਹਾਂਜੀ, ਬਾਬਾ ਕਰਮਜੀਤ ਜੀ ਨੇ ਦਾਦੂਵਾਲ ਜੀ ਨੂੰ ਬਣਾ ਲਿਆ। ਦੇਖੋ ਅਸੀਂ ਤਾਂ ਖੜੇ ਆ, ਅਸੀਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਸੰਭਾਲ ਰਹੇ ਹਾਂ, ਸਾਰੇ ਰਲ ਮਿਲ ਕੇ ਚਲਾਵਾਂਗੇ। ਦੇਖੋ ਕੋਈ ਐਸੀ ਗੱਲ ਨਹੀਂ ਆ ਕਿ ਜਿਹੜਾ ਹਰਿਆਣਾ ਦੀਆਂ ਸੰਗਤਾਂ ਚਾਹੁੰਦੀਆਂ ਨੇ ਕਿ ਜਿਹੜਾ ਪ੍ਰਬੰਧ ਆ ਸੁਚੱਜਾ ਹੋਵੇ, ਜਿਸ ਤਰ੍ਹਾਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ। ਇੱਕ ਗੱਲ ਮੈਂ ਹੋਰ ਕਹਿਣੀ ਚਾਹੁੰਦਾ ਕਿ ਅੱਜ ਦੇਖੋ ਕੁਦਰਤੀ 21 ਫਰਵਰੀ ਆ, 21 ਫਰਵਰੀ ਯਾਦ ਕਰੋ ਨਨਕਾਣਾ ਸਾਹਿਬ ਦਾ ਸਾਕਾ ਮਹੰਤਾਂ ਤੋਂ ਗੁਰਦੁਆਰੇ ਆਜ਼ਾਦ ਕਰਾਏ ਗਏ ਸੀ, ਜਿਸ ਤਰੀਕੇ ਨਾਲ ਨਰੈਣੂ ਮਹੰਤ ਤੇ ਉਹਦੇ ਸਾਥੀਆਂ ਤੋਂ। ਮੈਂ ਸਮਝਦਾ ਕਿ गुरविंदर सिंह, जनरल सेक्रेटरी हरियाणा सिख गुरुद्वारा मैनेजमेंट कमेटी। आपकी जानकारी के लिए 2014 में हरियाणा गवर्नमेंट ने हरियाणा सिख गुरुद्वारा मैनेजमेंट कमेटी एक्ट बनाया था, जिसको एसजीपीसी ने सुप्रीम कोर्ट में चैलेंज कर दिया था। 20 सितंबर 2022 को सुप्रीम कोर्ट ने हरियाणा के एक्ट को वैलिड माना और ठीक करार दिया और आदेश दिए कि हरियाणा गवर्नमेंट एक एडहॉक कमेटी बना के गुरुद्वारों की सेवा संभाल उनको दे दे और एसजीपीसी बड़े प्यार से हैंड ओवर कर दे। मगर एसजीपीसी ने अपने छोटे भाइयों को सेवा संभाल देने की बजाय, हालांकि सुप्रीम कोर्ट में भी खुद एसजीपीसी गई और सुप्रीम कोर्ट के 2 बार उनके खिलाफ फैसले के बावजूद भी उन्होंने अपनी सेवा संभाल खुशी में देने से इनकारी कर दी, जिसकी वजह से
ये जो गवर्नर साहब ने कमेटी बनाई थी जिसका विधिवत 21 दिसंबर को कुरुक्षेत्र में इलेक्शन हुआ था, उसके बाद इस कमेटी ने भी 3-4 महीने इंतजार की, शायद SGPC हमें प्यार से और अपनी खुशी से छोटे भाइयों को सेवा संभाल दे दे। उनके ना देने पे हरियाणा कमेटी ने सुप्रीम कोर्ट के दूसरे फैसले के बाद जो इन गुरुद्वारों की सेवा संभाल जो है वो ले ली है। अभी परसों ही कुरुक्षेत्र जो 6वीं पातशाही गुरुद्वारा है, गुरुद्वारा साहब है, जिसका कि सब ऑफिस भी था SGPC का और हरियाणा का हेडक्वार्टर भी है, उसकी सेवा संभाल ले ली गई है। आज कैथल गुरुद्वारा मंजी साहब और गुरुद्वारा निम साहब की भी हरियाणा सिख गुरुद्वारा मैनेजमेंट कमेटी ने संभाल ले ली है। और मेरे साथ भूपिंदर सिंह असंध जी हैं जो सीनियर वाइस प्रेसिडेंट है हरियाणा सिख गुरुद्वारा मैनेजमेंट कमेटी के। एक बात इसमें बताना की जाए कि ये दोनों गुरुद्वारे पहले से हरियाणा कमेटी के अंडर थे। ये लोकल कमेटी है, शेड्यूल 3 बने हुए हैं। एक शेड्यूल है जिसमें नंबर 1 में 8 गुरुद्वारे मेन आते हैं जो हिस्टोरिकल एक नंबर 1 शेड्यूल के हैं। उसके बाद 17 गुरुद्वारे ऐसे हैं जो शेड्यूल 2 में आते हैं और 27 गुरुद्वारे ऐसे हैं जो शेड्यूल 3 में आते हैं। जो 2 और 3 हैं उनमें से ही ये हैं सारे जो लोकल कमेटी से रन किए जाते हैं, मगर अंडर SGPC थे, वो अंडर अब हरियाणा सिख गुरुद्वारा में। सेवा की लड़ाई है, वो अलग करें। ना कभी विवाद हुआ, ना कभी विवाद की लड़ाई थी और ना कभी विवाद की बात को हुई है। विरोध कर रहे हैं तो सरकार ने नहीं बनाई। अभी तक हमें को विरोध करने वाला मिला ही नहीं, ना कुरुक्षेत्र में मिला, ना कैथल मिला, ना हमें और कहीं मिल रहा। करनाल में विवाद हुआ। ऐसा है, आपकी मनगढ़ंत बातों से आप मुझे लाठी का सबूत दे दीजिए। कहीं कोई लाठी नहीं चली, कहीं कोई बात नहीं हुई, ऐसी बात हमें तो कोई नजर ही नहीं आई। नहीं, मामले देखो ऐसा है, मामले दर्ज इसलिए हुए, कुछ लोगों ने कल गुरुद्वारा इसमें 6ठी पातशाही कुरुक्षेत्र में आकर जो मर्यादा थी उसको भंग करने का प्रयास किया। उनको जो है गुरुद्वारे के बाहर पुलिस के सुपुर्द कर दिया गया। पुलिस ने उनको रिटेन कर लिया है और वो हमारे अपने बच्चे हैं। हम उनके विरुद्ध कोई कार्रवाई नहीं करेंगे, वो अपनी गलती को महसूस करें और घर जाए। हमें उनसे कोई वैर विरोध नहीं है। थैंक यू।